ਉਹਦਾ ਹੱਲ ਹੈ ਵੇ ਕਤੂਰਾ ਲੈਣਾ ਕਿਸੇ ਕੁੱਤੀ ਦਾ ਬੱਚਾ, ਉਹ ਬੱਚਾ ਲਿਆ ਕੇ ਬੱਕਰੀ ਦੇ ਪੈਰਾਂ 'ਚ ਸੁੱਟ ਦੇਣਾ ਤੇ ਜਾ ਦੇ ਅੱਗੇ ਰੱਖਣੇ ਨੇ। ਉਹ ਕੁੱਤੇ ਕੋ ਡਰ ਕੇ ਨਾ ਉਹ ਫਿਰ ਆਪਣੇ ਆ ਬੱਚਿਆਂ ਵੱਲ ਤਵੱਜੋ ਦੇਣ ਲੱਗ ਪਏ ਦੀ, ਡਰ ਦੇ ਨਾਲ ਹੀ ਉਹ ਬੱਚੇ ਜਿਹਨਾਂ ਦੇ ਥੱਲੇ ਵੜ ਜਾਂਦੇ ਉਹ ਚੂੰਗਾਂ ਲਾ ਪਾਉਂਦੇ, ਬੱਕਰੀ ਆਪਣੇ ਧਿਆਨ ਨੇ ਉਹਨਾਂ ਨੂੰ ਝੱਟਾਂ ਲਾ ਪਏ ਤੇ ਬੱਚੇ ਚੱਲ ਜਾਂਦੀ। ਜ਼ਿੰਦਾਬਾਦ। ਇਹ ਅਮਲ ਤੁਸੀਂ ਕੀਤਾ? ਬੜੀ ਵਾਰੀ ਸਾਡੇ ਵੱਡੇ ਕਰਦੇ ਰਹੇ ਨੇ, ਜਿਨ੍ਹਾਂ ਜਾਗਰ ਨਾਲ ਬੱਕਰੀਆਂ ਚਾਲੀਆਂ, ਜਿਨ੍ਹਾਂ ਮਹਿੰਦਰ ਸਿੰਘ ਨਾਲ ਚਾਲੀਆਂ ਨੇ, ਉਹਨਾਂ ਨੂੰ ਵੀ ਸਾਡੀ ਸਲਾਮ ਹੈ। ਜਿੱਥੇ ਹੈ ਨੇ ਉਹਨਾਂ ਦੀ ਆਦ ਵਲਾਦ ਜਿਹੜੀ ਹੈ ਉਹਨਾਂ ਨੂੰ ਵੀ ਸਾਡਾ ਸਲੂਟ ਹੈ ਭਾਈ, ਸਾਡਿਆਂ ਵੱਡਿਆਂ ਦੇ ਨਾਲ ਚੰਗੇ ਦਿਨ ਗੁਜ਼ਾਰ ਕੇ ਗਏ ਨੇ। ਉਹਦੇ ਲਈ ਇਹ ਵੇ ਬੱਕਰੀ ਨੂੰ ਵਕਾ ਹੋ ਜਾਂਦਾ, ਗਰਮੀ ਦਾ ਕਲੇਜਾ ਨਹੀਂ ਖਿਲਾਉਂਦਾ। ਉਹਨੂੰ ਖਰਮਾਨੀ ਤੇ ਨਾੜ ਦਾਣਾ ਤੇ ਵਿੱਚ ਪਤੀਨਾ ਰਾਤ ਨੂੰ ਭਿਉਂਦਾਣਾ, ਦਿਨੇ ਉੱਠਣਾ ਰਗੜਾ ਲਾਣਾ ਕੁੰਡੇ ਦੇ ਵਿੱਚ, ਜਿੰਜ ਭਲਵਾਨ ਬਦਾਮ ਪੀਂਦੇ ਨੇ। ਰਗੜਾ ਲਾ ਕੇ ਤੇ ਉਹ 1 ਲੀਟਰ ਦੀ ਬੋਤਲ ਬੱਕਰੇ ਨੂੰ ਦੇਹਰ ਨਹੀਂ ਕਰਨੀ ਹੈ। ਇੱਕ ਪੱਠੇ ਦੀ ਚਰਕ ਚੰਗੀ ਮਾਰੇ ਦਾ, ਇੱਕ ਉਹਨੂੰ ਭੁੱਖ ਲੱਗੇ ਦੀ, ਤੇ ਇੱਕ ਕਿਹੜਾ ਘਰਕਦਾ, ਉਹ ਘਰਕੇ ਦਾ ਨਾ ਬੰਦੇ ਦਾ ਵੀ ਅੰਦਰ ਠੰਡਾ ਤੇ ਖੁਰਾਕ ਚੁੱਕਦਾ। ਇਹ ਹਿਸਾਬ ਬੱਕਰੇ ਦਾ, ਮੇਰਾ ਇਹਦਾ ਵੀ ਇੰਜ ਦਾ ਹੀ ਹੈ, ਉਹ ਫਿਰ ਖੁਰਾਕ ਚੁੱਕੇ ਦਾ। अस्सलाम वालेकुम। वालेकुम सलाम। भट्ट साहब की हाल है? ठीक हो? करम अल्लाह दा, तुसीं सुनाओ अपनी सेहत दा? अल्लाह दा शुक्र जनाब। काफी दोस्तां नूं जनाब दा तारफ है। हाँ जी। एक दफा फिर अपना ते अपने इलाके दा तारफ भी करवा दियो। साडा सियालकोट हुंदाले पिंड ते बचपन तो ही शौक कर रहे हैं बकरियां दा। ठीक है माशाल्लाह। इंटरव्यू दोस्तां ने बड़ा पसंद कीता है। अज दी इस वीडियो च दसो तुहाडा माशाल्लाह काफी वड्डा रेवड़ है। हाँ जी। अदे विच तुसीं एक खोती ते एक खोता भी रखे है, अदी की वजह है? ਇਹ ਕਿਹੜੀ ਮੂੰਹ ਠੋੜ ਦੀ ਬਿਮਾਰੀ ਆਂਦੀ ਹੈ ਨਾ, ਉਹ ਨਹੀਂ ਇਹਨਾਂ ਦੇ ਵਿੱਚ ਆਈ। ਜਿੱਥੋਂ ਤੱਕ ਇਹਦੀ ਹਵਾਰ ਜਾਏ ਦੀ ਖੋਤੀ ਖੋਤੇ ਦੀ, ਉੱਥੋਂ ਤੱਕ ਇਹ ਬਿਮਾਰੀ ਦੌੜ ਜੇ ਦੀ। ਇਹ ਜਿਹੜੇ ਆਂਦੇ ਨਾ ਮਾਲ ਲੰਗਾਂਦਾ ਪੈਰ ਨਹੀਂ ਥੱਲੇ ਲਾਂਦਾ, ਉਹ ਬਿਮਾਰੀ ਇਹਨਾਂ ਦੇ ਵਿੱਚ ਨਹੀਂ ਆਏ ਦੀ। ਅੱਲਾ ਦਾ ਕਰਮ ਹੀ ਰਹੇਗਾ। ਇਸ ਮਾਰਿਆਂ ਵਿੱਚ ਖੋਤੀ ਖੋਤਾ ਰੱਖਿਆ। अच्छा ਇਹ ਰੱਖਣ ਦੀ ਵਜ੍ਹਾ ਇਹ ਵੇ? ਹਾਂਜੀ। ਅੱਜ ਕੱਲ ਗਰਮੀ ਦਾ ਮੌਸਮ ਹੈ, ਗਰਮੀ 'ਚ ਐਸ ਮਾਲ ਨੂੰ ਬੱਕਰੀਆਂ ਨੂੰ ਹੋਰ ਕਿਹੜੀ ਕਿਹੜੀ ਬਿਮਾਰੀ ਹੁੰਦੀ ਹੈ? ਹੋਰ ਇਹੋ ਹੀ ਬਿਮਾਰੀ ਜਾਂ ਇਹਨਾਂ ਨੂੰ ਖੋਇਆ ਪੈ ਜਾਂਦਾ। ਇਹਨਾਂ ਨੂੰ ਉਹ ਟੀਕੇ ਲਾਏ ਨੇ ਆਰੋਟੇਕ। ਆਰੋਟੇਕ ਦਾ ਟੀਕਾ ਚਿਚੜਾਂ ਵਾਲਾ ਵੀ ਉਹਨੂੰ ਕਹਿੰਦੇ ਨੇ, ਚਮੜੀ ਦੇ ਵਿੱਚ ਲੱਗਦਾ। ਬਾਹਰ ਆਏ ਜਿਹੜੇ ਡਾਕਟਰ ਨੇ ਸਾਡੇ ਨਾਲ ਤਾਵਾਂ ਨਹੀਂ ਕਰਦੇ। ਮਤਲਬ ਇਹ ਮਾਲ ਦਾ ਆ ਕੇ ਸਾਡੇ ਨਾਲ ਮਾਸਾ ਨਹੀਂ ਉਂਝ ਨੌਕਰੀਆਂ ਇਹਨਾਂ ਹਕੂਮਤ ਨੂੰ ਦਾ ਲਾਇਆ ਹੈ। ਆ ਕੇ ਮਸਲਨ ਮਾਸਾ ਮਾਲ ਨਹੀਂ ਚੈੱਕ ਕਰਦੇ ਵੇ ਤੁਹਾਡੇ ਮਾਲ ਨੂੰ ਕੀ ਬਿਮਾਰੀ ਹੈ, ਕੋਈ ਫਾਤੀ ਟੀਕੇ ਲਾਈਏ। ਮਸਲਨ ਅਸਾਂ ਆਪ ਹੀ ਟੀਕੇ ਲਾਣੇ ਨੇ, ਆਪ ਹੀ ਡਾਕਟਰਾਂ ਦੇ ਕੋਲ ਜਾਣਾ, ਇਹਨਾਂ ਕੋਲ ਦਾਬੇ ਖਾਣੇ ਨੇ। ਮਤਲਬ ਇਹਨਾਂ ਦਾ ਹੱਕ ਬਣਦਾ ਹੈ ਗੌਰਮਿੰਟੀ ਡਾਕਟਰ ਨੇ ਆ ਕੇ ਮਾਲ ਸਾਡੇ ਨਾਲ ਧਿਆਨ ਦੇਣ, ਭਾਈ ਕੀ ਨੁਕਸ ਹੈ ਤੁਹਾਡੇ ਮਾਲ ਨੂੰ, ਇਹ ਟੀਕਾ ਲਾਓ, ਇਹ ਨਹੀਂ ਇਹ ਲਾਓ। ਹੁਣ ਇਹ ਕਾਹਦੇ ਲਈ ਇਹ ਗੌਰਮਿੰਟੀ ਡਾਕਟਰ ਬਣੇ ਨੇ ਜਿਹੜੇ ਇਹਨਾਂ ਮਾਲ ਦੀ ਆ ਕੇ ਤਵੱਜੋ ਨਹੀਂ ਕਰਨੀ। तो भट्ट साहब ਜਿਹੜੇ ਟੀਕਿਆਂ ਦਾ ਜ਼ਿਕਰ ਕੀਤਾ ਜੀ, ਇਹ ਤੁਹਾਨੂੰ ਜਿਹੜੇ ਗਵਰਨਮੈਂਟ ਦੇ ਹਸਪਤਾਲ ਨੇ ਉੱਥੋਂ ਮਿਲਦੇ ਨੇ ਜਾਂ ਵੀ ਮੁੱਲ ਖਰੀਦਦੇ ਹੋ? ਇਹ ਵੀ ਮੁੱਲ ਖਰੀਦਦੇ, ਹਰ ਕੰਮ ਹੀ ਮੁੱਲ ਦਾ ਸਾਨੂੰ ਦਿੰਦੇ ਨੇ। ਪੱਠੇ ਮੁੱਲ ਦੇ, ਟੀਕੇ ਮੁੱਲ ਦੇ। ਮਾਸਾ ਨਹੀਂ ਆ ਕੇ ਜਿਹੜੇ ਫਾਤੀ ਟੀਕੇ ਲੱਗਦੇ ਨੇ ਉਹ ਨਹੀਂ ਆ ਕੇ ਮਾਲਾਂ ਨੂੰ ਲਾਉਂਦੇ। ਮਰ ਜੋ ਕਲਬ ਕਰਕੇ ਫੋਨ ਕਰ ਕਰਕੇ ਜੀ, ਉਹ ਭਵਾਂ ਜੀ ਨੇੜੇ ਨਹੀਂ ਲੱਗਦੇ। ਇਹ ਜਿਹੜੀਆਂ ਬੱਕਰੀਆਂ ਨੂੰ ਵਾਹ ਲੱਗੀ ਏ ਉਹਨਾਂ ਨੂੰ ਕੀ ਦਿੰਦੇ ਹੋ? ਉਹ ਇਹਨਾਂ ਨੂੰ ਦਈ ਜਾ ਜਿਹੜਾ ਅੱਜ ਕੱਲ ਗਰਮੀ ਦਾ ਨੁਕਸਾ, ਪਤੀਨਾ ਨਾੜ ਦਾਣਾ, ਇਹ ਕੁੱਟ ਕੇ ਵਿੱਚ ਧਨੀਆ ਪਾ ਕੇ ਰਗੜ ਕੇ ਕੁੰਡੇ ਦੇ ਵਿੱਚ ਇਹਨਾਂ ਨੂੰ ਇੱਕ ਇੱਕ ਬੋਤਲ ਦਈਏ, ਕਿਹੜੀ ਵਾਹ ਲੱਗੀ ਹੈ ਫੌਰਨ ਸਹੀ ਹੋ ਜਾਂਦੀ, ਅੰਦਰ ਠੰਡ ਪੈ ਜਾਂਦੀ ਹੈ। ਇਹ ਜਿਹੜੀਆਂ ਤਿੰਨਾਂ ਚੀਜ਼ਾਂ ਦਾ ਨਾਂ ਲਿਆ ਜੇ, ਇਹਨਾਂ 'ਚ ਪਾਣੀ ਵੀ ਸ਼ਾਮਲ ਕਰਨਾ ਹੈ? ਹਾਂ ਪਾਣੀ ਵੀ ਸ਼ਾਮਲ। ਪਹਿਲੋਂ ਰਗੜਾ ਦੇਣਾ ਮੱਠਾ ਮੱਠਾ ਪਾਣੀ ਪਾ ਕੇ, ਤੇ ਬਾਅਦ ਦੇ ਵਿੱਚੋਂ ਤੁਹਾਂ ਇਹਨਾਂ ਨੂੰ ਇੱਕ ਇੱਕ ਬੋਤਲ ਪਿਆ ਦੇਣੀ। ਗਰਮੀ ਦੀ ਸ਼ੁਰੂਆਤ ਹੋ ਗਈ ਏ। ਹਾਂਜੀ। ਜਿਉਂ-ਜਿਉਂ ਗਰਮੀ 'ਚ ਇਜ਼ਾਫਾ ਹੋਣਾ ਹੈ, ਕੁਝ ਬੱਕਰੀਆਂ ਜਿਹੜੀਆਂ ਨੇ ਉਹਨਾਂ ਨੂੰ ਸਾਹ ਜਿਹਾ ਚੜਿਆ ਹੁੰਦਾ, ਘਰਕਦੀਆਂ ਨੇ। ਹਾਂਜੀ। ਉਹਦੀ ਕੀ ਵਜ੍ਹਾ ਹੈ ਤੇ ਉਹਦੇ ਵਾਸਤੇ ਕੀ ਦਿੰਦੇ ਹੋ? ਉਹਦੇ ਲਈ ਇਹ ਵੇ ਬੱਕਰੀ ਨੂੰ ਵਕਾ ਹੋ ਜਾਂਦਾ, ਗਰਮੀ ਦਾ ਕਲੇਜਾ ਨਹੀਂ ਖਿਲਾਉਂਦਾ। ਉਹਨੂੰ ਖਰਮਾਨੀ ਤੇ ਨਾੜ ਦਾਣਾ ਤੇ ਵਿੱਚ ਪਤੀਨਾ ਰਾਤ ਨੂੰ ਭਿਉਂਦਾਣਾ, ਦਿਨੇ ਉੱਠਣਾ ਰਗੜਾ ਲਾਣਾ ਕੁੰਡੇ ਦੇ ਵਿੱਚ, ਜਿੰਜ ਭਲਵਾਨ ਬਦਾਮ ਪੀਂਦੇ ਨੇ। ਰਗੜਾ ਲਾ ਕੇ ਤੇ ਉਹ 1 ਲੀਟਰ ਦੀ ਬੋਤਲ ਬੱਕਰੇ ਨੂੰ ਦੇਹਰ ਨਹੀਂ ਕਰਨੀ ਹੈ। ਇੱਕ ਪੱਠੇ ਦੀ ਚਰਕ ਚੰਗੀ ਮਾਰੇ ਦਾ, ਇੱਕ ਉਹਨੂੰ ਭੁੱਖ ਲੱਗੇ ਦੀ, ਤੇ ਇੱਕ ਕਿਹੜਾ ਘਰਕਦਾ, ਉਹ ਘਰਕੇ ਦਾ ਨਾ ਬੰਦੇ ਦਾ ਵੀ ਅੰਦਰ ਠੰਡਾ ਤੇ ਖੁਰਾਕ ਚੁੱਕਦਾ। ਇਹ ਹਿਸਾਬ ਬੱਕਰੇ ਦਾ, ਮੇਰਾ ਇਹਦਾ ਵੀ ਇੰਜ ਦਾ ਹੀ ਹੈ। ਉਹ ਫਿਰ ਖੁਰਾਕ ਚੁੱਕੇ ਦਾ ਜਦੋਂ ਉਹਦੇ ਅੰਦਰ ਨੁਕਸਾ ਠੰਡਾ ਜਾਏਦਾ। ਤੇ ਜਿਹੜੀ ਬੱਕਰੀ ਜਿਉਰ ਜਾਂ ਆਟਾ ਨਹੀਂ ਸੁੱਟਦੀ, ਉਹਦਾ ਕੋਈ ਦੇਸੀ ਇਲਾਜ, ਕੋਈ ਦੇਸੀ ਚੀਜ਼ਾਂ ਜਿਹੜੀਆਂ ਤੁਸੀਂ ਦਿੰਦੇ ਹੋ? ਉਹਨੂੰ ਗੁੜ ਜਵੈਨ ਦਾ ਕਾੜਾ, 2 ਸਰ ਪਾਣੀ ਹੋਏ, ਜਦੋਂ ਕਿਲੋ ਰਹਿ ਜਾਏ ਜਾਂ ਅੱਧਾ ਕਿਲੋ ਰਹਿ ਜਾਏ, ਵਿੱਚ ਹੀ ਗੁੜ ਸੁੱਟ ਦੇਣੇ, ਵਿੱਚ ਹੀ ਜਵੈਨ। ਉਹ ਫਿਰ ਉਹਨੂੰ ਕਾੜਾ ਬਣਾ ਕੇ ਦੇਣਾ। ਉਹ ਫਿਰ ਜਿਹੜੀ ਜੋੜ ਹੈ ਇੱਕਦਮ ਤੁਰ ਪਾਉਂਦੀ ਹੈ, ਫਿਰ ਸੁੱਟ ਦਿੰਦੀ ਹੈ ਬੱਕਰੀ, ਪੇਟ ਤੋਂ ਸਾਫ਼ ਹੋ ਜਾਂਦੀ ਹੈ, ਫਾਰਗ ਹੋ ਜਾਂਦੀ। ਤੇ ਜਿਹੜੀਆਂ ਬੱਕਰੀਆਂ ਲੰਗਾਉਂਦੀਆਂ ਨੇ, ਹਾਂਜੀ, ਸਹੀ ਟੁਰਦੀਆਂ ਨਹੀਂ, ਹਾਂਜੀ, ਉਹ ਫਿਰ ਕੋਈ ਪੱਟੀ ਵਗੈਰਾ ਲਾਉਂਦੇ ਹੋ ਜਾਂ ਕੋਈ ਚੀਜ਼ ਦਿੰਦੇ ਹੋ ਖਾਣ ਵਾਸਤੇ? ਮੋਰੀ ਦਾ ਕੇਲ ਹੋ ਜਾਂਦਾ ਨਾ, ਵਿੱਚ ਸੁਰਖ ਦਾਣਾ ਹੋ ਜਾਂਦਾ ਲਾਲ, ਉਹਨੂੰ ਤੂੰ ਇੰਜ ਕਰਨਾ, ਲੀਲਾ ਥੋਥਾ ਲੈਣਾ, ਸੁਹਾਗਾ ਤੇ ਲੂਣ,
ਉਹ ਜਿਹਦਾ ਲਾਲ ਜਿਹਾ ਦਾਣਾ ਨਾ ਉਹਦੇ ਉੱਤੇ ਰੱਖਣਾ, 3 ਪੱਟੀਆਂ ਕਰਨੀਆਂ ਨੇ, ਉੱਤੇ ਰੂੰ ਦਾ ਗੇਬਾ ਰੱਖ ਕੇ ਤੇ ਉਹ ਸਭ ਕੁਝ ਉੱਤੇ ਰੱਖ ਕੇ ਪੱਟੀ ਵਲੇ ਦੇਣੀ ਹੈ। ਦੂਜੇ ਤੀਜੇ ਦਿਨ ਉਹ ਪੱਟੀ ਖੋਲਣੀ ਹੈ। ਉਹ ਫਿਰ 3 ਕਿਲੋ ਤੁਹਾਂ ਪੱਟੀਆਂ ਕਰ ਲਈਆਂ, ਫਿਰ ਉਹ ਦਾਣਾ ਵਿੱਚੋਂ ਖਤਮ ਹੋ ਜਾਣਾ, ਲੰਗਾ ਖਤਮ ਹੋ ਜਾਣਾ। ਤੇ ਜਿਹੜੀਆਂ ਉਂਝ ਪੈਰ ਸੁੱਜੇ ਹੁੰਦੇ ਨੇ ਉਹ ਤੁਹਾਂ ਫਟਕਰੀ ਪਾਣੀ ਹੈ ਤੇ ਵਿੱਚ ਪਿਣਕੀ ਪਾਣੀ ਹੈ ਤੇ ਲੂਣ ਪਾਣਾ। ਉਹ ਗਰਮ ਪਾਣੀ ਕਰਕੇ ਪੈਰ ਧੋਈ ਜਾਣੇ ਨੇ, ਬਿਲਕੁਲ ਪੈਰ ਸਾਫ਼ ਹੋ ਜਾਂਦੇ। ਤੇ ਬਟ ਸਾਹਿਬ ਜਿਨ੍ਹਾਂ ਦੇ ਕੰਨ ਕੱਟੇ ਨੇ ਸਿਰਫ ਬੱਕਰੀਆਂ ਦੇ ਕੱਟੇ ਨੇ ਜਾਂ ਬੱਕਰੀਆਂ ਦੇ ਵੀ ਕੱਟਦੇ? ਬੱਕਰਾ ਕੁਰਬਾਨੀ ਨਹੀਂ ਲੱਗਦਾ। ਲੇਲੀ ਜਿਹੜੀ ਉਹੀ ਇਸ ਮਾਰਿਆਂ ਲੇਲੀ ਦੇ ਕੰਨ ਵੜਨੇ ਆ, ਜਦੋਂ ਡੇਰੀਆਂ ਲਈਏ ਫਿਰ ਕੰਡੇ ਵੱਜਦੇ ਨੇ, ਕੰਨ ਚੀੜ ਕਰਦੇ ਨੇ। ਉਹ ਅੱਗੋਂ ਮਾਰੀਆਂ ਚੁੰਝਾਂ ਲਾ ਛੱਡਦੀਆਂ, ਫਿਰ ਕੰਨ ਜਿਹੜੇ ਨਾ ਸਹੀ ਸਲਾਮਤ ਰਹਿੰਦੇ ਨੇ, ਪਾੜਦੇ ਨੇ। ਤੇ ਬੱਕਰੇ ਦੇ ਤਾਂ ਨਹੀਂ ਵੜਦੇ ਕੰਨ, ਬੱਕਰਾ ਕੁਰਬਾਨੀ ਨਹੀਂ ਲੱਗਦਾ ਜੀ। ਹਾਂਜੀ। ਇਹ ਜਿਹੜੀਆਂ ਬੱਕਰੀਆਂ ਦੇ ਤੁਸੀਂ ਕੰਨ ਕੱਟਦੇ ਹੋ ਉਹ ਕਿੰਨੀ ਕੁ ਉਮਰ ਹੋਏ ਤੇ ਫਿਰ ਕੱਟਦੇ ਹੋ, ਤੇ ਕੀ ਤਰੀਕੇਕਾਰ ਹੁੰਦਾ ਕੰਨ ਕੱਟਣ ਦਾ? ਕੰਨ ਕੱਟਣ ਦਾ ਇਹ ਤਰੀਕਾ ਹੁੰਦਾ, ਜੇ ਵੱਡੀ ਬੱਕਰੀ ਦੇ ਕੰਨ ਵੱਢੀਏ ਤੇ ਉਹ ਲਾ ਲਿਓ, ਪਿਣਕੀ ਜਿਹੜੀ ਹੈ ਕੋਲ ਹੋਣੀ ਚਾਹੀਦੀ। ਉਸੇ ਟਾਈਮ ਪਿਣਕੀ ਜਿਹੜੀ ਹੈ ਜਦੋਂ ਕੰਨ ਵੱਢੀ ਦੇ ਨੇ, ਪਿਣਕੀ ਫੌਰਨ ਲਾ ਦੇਣੀ ਹੈ, ਲਹੂ ਦਾ ਇੱਕ ਕਤਰਾ ਨਹੀਂ ਵਗਦਾ। ਤੇ ਜੇ ਬੱਕਰੀ ਸੂਏ ਨਾ ਜਾਂ ਸੂ ਪਈ ਬੇਸਮਝ ਇਹ ਲੇਲੀ, ਉਹਦੇ ਕੰਨ ਜੰਮਦੀ ਦੇ ਵੱਢ ਛੜੀ ਦੇ ਨੇ, ਫਿਰ ਸਮਝ ਨਹੀਂ ਲੱਗਦੀ ਲੇਲੀ ਨੂੰ ਮੇਰੇ ਕੰਨ ਵੱਢਣ ਦੇ, ਦੁੱਧ ਪੀਂਦੀ ਹੀ ਜਵਾਨ ਹੋ ਜਾਂਦੀ ਹੈ। ਅੱਛਾ, ਅਗਰ ਇੱਕ ਦਿਨ ਦੀ ਹੈ ਉਸ ਦਿਨ ਅਗਰ ਵੱਢੋ ਤੇ ਫਿਰ ਉਹਨੂੰ ਤਕਲੀਫ ਵੀ ਘੱਟ ਹੋਏਗੀ? ਤੇ ਜਦੋਂ ਹੁੰਦੀ ਹੈ ਬੇਹੋਸ਼ੀ ਚ ਹੁੰਦੀ ਹੈ, ਉਹਨੂੰ ਕੋਈ ਹੋਸ਼ ਨਹੀਂ ਹੁੰਦੀ। ਉਹ ਦੁਨੀਆ ਤੇ ਪਹਿਲਾ ਸਫ਼ਰ ਆਂਦੀ ਹੈ, ਦੁਨੀਆ ਤੇ ਉਹਨੂੰ ਕੋਈ ਪਤਾ ਨਹੀਂ ਮੈਂ ਦੁਨੀਆ ਤੇ ਆਈ ਹਾਂ ਤੈਨੂੰ। ਜਦੋਂ ਫਿਰ ਆਈਆਂ ਦੀ ਹੈ ਫਿਰ ਮੈਂ ਆਖਦੀ ਹੈ, ਆਵਾਜ਼ ਦਿੰਦੀ ਹੈ ਭਾਈ ਮੈਂ ਆ ਗਈ ਹਾਂ। ਤੇ ਕਿਤੇ ਤੁਹਾਡੇ ਨਾਲ ਇੰਜ ਵੀ ਹੋਇਆ ਕਿ ਬੱਕਰੀ ਨੇ ਜਾ ਦਿੱਤੀ ਹੋਣ ਤੇ ਆਪਣੇ ਜਾਵਾਂ ਨੂੰ ਕਬੂਲ ਨਾ ਕਰੇ, ਉਹਨਾਂ ਨੂੰ ਦੁੱਧ ਨਾ ਪੀਣ ਦੇਵੇ? ਹਾਂਜੀ, ਹੋਇਆ ਕਿਤੇ ਇੰਜ? ਬੜੀ ਯਾਰੀ। ਉਹਦੀ ਕੀ ਵਜ੍ਹਾ ਹੁੰਦੀ ਹੈ ਤੇ ਫਿਰ ਇਹਦਾ ਹੱਲ ਵੀ ਦੱਸੋ। ਉਹਦਾ ਹੱਲ ਹੈ ਵੇ, ਕਤੂਰਾ ਲੈਣਾ ਕਿਸੇ ਕੁੱਤੀ ਦਾ ਬੱਚਾ, ਉਹ ਬੱਚਾ ਲਿਆ ਕੇ ਬੱਕਰੀ ਦੇ ਪੈਰਾਂ 'ਚ ਸੁੱਟ ਦੇਣਾ ਤੇ ਜਾ ਦੇ ਅੱਗੇ ਰੱਖਣੇ ਨੇ। ਉਹ ਕੁੱਤੇ ਕੋ ਡਰ ਕੇ ਨਾ ਉਹ ਫਿਰ ਆਪਣੇ ਬੱਚਿਆਂ ਨੂੰ ਤਵੱਜੋ ਦੇਣ ਲੱਗ ਪਏ ਦੀ, ਡਰ ਦੇ ਨਾਲ ਹੀ। ਉਹ ਬੱਚੇ ਜਿਹਨਾਂ ਦੇ ਥੱਲੇ ਵੜ ਜਾਂਦੇ ਉਹ ਚੁੰਗਾਂ ਲਾ ਪਾਉਂਦੇ, ਬੱਕਰੀ ਆਪਣੇ ਧਿਆਨ ਨੇ ਉਹਨਾਂ ਨੂੰ ਝੱਟਾਂ ਲਾ ਪਏ ਤੇ ਬੱਚੇ ਚੱਲ ਜਾਂਦੀ। ਜ਼ਿੰਦਾਬਾਦ। ਇਹ ਅਮਲ ਤੁਸੀਂ ਕੀਤਾ? ਬੜੀ ਯਾਰੀ। ਸਾਡੇ ਵੱਡੇ ਘਰ ਦੇ ਰਹੇ ਨੇ ਜਿਨ੍ਹਾਂ ਜਾਗਰ ਨਾਲ ਬੱਕਰੀਆਂ ਚਾਲੀਆਂ, ਜਿਨ੍ਹਾਂ ਮਹਿੰਦਰ ਸਿੰਘ ਨਾਲ ਚਾਲੀਆਂ ਨੇ, ਉਹਨਾਂ ਨੂੰ ਵੀ ਸਾਡੀ ਸਲਾਮ ਹੈ। ਜਿੱਥੇ ਹੈ ਨੇ ਉਹਨਾਂ ਦੀ ਆਦ ਵਲਾਦ ਜਿਹੜੀ ਹੈ, ਉਹਨਾਂ ਨੂੰ ਵੀ ਸਾਡਾ ਸਲੂਟ ਹੈ ਭਾਈ, ਸਾਡਿਆਂ ਵੱਡਿਆਂ ਦੇ ਨਾਲ ਚੰਗੇ ਦਿਨ ਗੁਜ਼ਾਰ ਕੇ ਗਏ ਨੇ। ਜ਼ਿੰਦਾਬਾਦ ਜੀ। ਕੁਝ ਦੋਸਤ ਹੈ ਨੇ ਜਿਹੜੇ ਇੰਡੀਆ ਤੋਂ ਨੇ, ਉਹ ਵੀ ਸਾਡੀਆਂ ਵੀਡੀਓ ਵੇਖਦੇ ਨੇ, ਕਮੈਂਟ ਕਰਦੇ ਨੇ। ਜਿਹੜੇ ਸਿੱਖ ਦੋਸਤ ਨੇ ਉਹ ਵੀ ਕਮੈਂਟ ਕਰਦੇ ਨੇ। ਕੋਈ ਬਾਤ ਨਹੀਂ, ਉਹਨਾਂ ਨੂੰ ਕਰਨਾ ਚਾਹੀਦਾ। ਕਿਉਂ? ਉਹ ਵੀ ਰੱਬ ਦੇ ਬਣਾਏ ਨੇ, ਅੱਗੋਂ ਦੁਨੀਆ ਤੇ ਆਏ ਨੇ, ਕਈ ਕੀਤੇ ਬਣ ਗਏ ਨੇ। ਕੋਈ ਸ਼ੀਆ ਬਣ ਗਿਆ, ਕੋਈ ਸਿੱਖੜਾ ਬਣ ਗਿਆ, ਕੋਈ ਮੁਸਲਾ ਬਣ ਗਿਆ। ਇਹ ਅੱਲਾ ਜਿਸ ਘਰ 'ਚ ਪੈਦਾ ਕੀਤਾ ਹੋਣਾ ਤੇ ਉਹ ਹੀ ਹੈ ਜੀ। ਤੇ ਹੋਰ ਭੱਟ ਸਾਹਿਬ ਦੋਸਤਾਂ ਨੂੰ ਕੋਈ ਗੱਲ ਦੱਸਣਾ ਚਾਹੋ ਉਹਨਾਂ ਦੀ ਬਿਮਾਰੀ ਦੇ ਮੁਤਲਕ? ਮਾਸ਼ਾਅੱਲਾ ਕਾਫੀ ਤੁਸੀਂ ਇਨਫੋਰਮੇਸ਼ਨ ਦਿੱਤੀ, ਹੋਰ ਕੋਈ ਗੱਲ ਰਹਿ ਤੇ ਨਹੀਂ ਗਈ? ਨਹੀਂ, ਕੋਈ ਗੱਲ ਨਹੀਂ ਰਹੀ। ਅਸਾਂ ਜਿਹੜੀਆਂ ਗੱਲਾਂ ਨੇ ਤੁਹਾਨੂੰ ਕਲੀਅਰ ਕਰ ਦਿੱਤੀਆਂ। ਠੀਕ ਹੈ। ਆਪਣਾ ਰਾਬਤਾ ਨੰਬਰ ਵੀ ਬੋਲ ਦਿਓ, ਦੋਸਤ ਤੁਹਾਡੇ ਨਾਲ ਰਾਬਤਾ ਕਰ ਸਕਣ। ਨੰਬਰ ਤੁਹਾਡੇ ਕੋਲ ਲਿਖਿਆ ਹੈ ਵਿੱਚ। ਅੱਛਾ, ਮੈਂ ਸਕਰੀਨ ਤੇ ਦੇ ਦਾਂਗਾ। ਹਾਂ, ਦੇ ਦਿਓ। ਠੀਕ ਹੈ ਜੀ। ਭੱਟ ਸਾਹਿਬ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ। ਸ਼ੁਕਰੀਆ। ਜ਼ਿੰਦਾਬਾਦ ਜੀ। ਜਿਉਂਦੇ ਵਸਦੇ ਰਹੋ ਤੇ ਤੁਹਾਡਾ ਚਿਹਰਾ ਮੁਬਾਰਕ ਇੰਜ ਵੇਂਦੇ ਰਹੀਏ। ਬਹੁਤ ਸ਼ੁਕਰੀਆ ਜੀ। ਅੱਲਾ ਹਾਫਿਜ਼।